ਪਹਿਲਾਂ ਦਿਓਰ ਦਾ ਭਾਬੀ ਨਾਲ ਸੀ ਪੂਰਾ ਚੱਕਰ, ਔਰ ਜਦੋਂ ਦਿਓਰ ਦਾ ਵਿਆਹ ਹੋ ਗਿਆ ਤਾਂ ਫਿਰ ਉਸ ਭਾਬੀ ਨੇ ਕੀ ਕੀਤਾ। ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ। ਦਰਅਸਲ ਪਿਆਰ ਮੁਹੱਬਤ ਦੇ ਵਿੱਚ ਬਹੁਤ ਵਾਰ ਅਜਿਹਾ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਨਵੀਂ ਨਵੀਂ ਭਰਜਾਈ ਆਵੇ, ਭਰਾ ਕਿਤੇ ਬਾਹਰ ਫੋਰਨ ਵਿੱਚ ਹੋਵੇ ਤਾਂ ਨਵ ਵਿਆਹੀ ਜਿਹੜੀ ਭਰਜਾਈ ਹੁੰਦੀ ਹੈ ਉਸ ਦਿਓਰ ਦੀ, ਉਹ ਵੀ ਇਕਾਂਤ ਮਹਿਸੂਸ ਕਰਦੀ ਹੈ। ਔਰ ਘਰ ਵਿੱਚ ਜਦੋਂ ਚੂੜੇ ਵਾਲੀ ਘੁੰਮਦੀ ਨਜ਼ਰ ਆਵੇ ਤਾਂ ਕਿਤੇ ਨਾ ਕਿਤੇ ਬਹੁਤ ਵਾਰ ਅਜਿਹਾ ਮਨ ਦੇ ਵਿੱਚ ਆ ਹੀ ਜਾਂਦਾ ਹੈ। ਖੈਰ, ਇਸ ਖਬਰ ਦੇ ਵਿੱਚ ਵੀ ਇੱਦਾਂ ਹੀ ਆ ਕਿ ਦਿਓਰ ਜਿਹੜਾ ਹੈ ਖੂਬਸੂਰਤ ਹੈ, ਜਵਾਨ ਹੈ, ਜਿਸ ਦੇ ਨਾਲ ਉਸ ਦਾ ਵਿਆਹ ਹੋਇਆ ਔਰਤ ਦਾ, ਉਹ ਫੌਰਨ ਚਲਾ ਗਿਆ। ਦਰਅਸਲ 15 ਦਿਨਾਂ ਬਾਅਦ ਵਿਆਹ ਤੋਂ ਉਹ ਫੌਰਨ ਚਲਾ ਗਿਆ। ਔਰ ਫੌਰਨ ਜਾ ਕੇ ਮਤਲਬ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਤਾ ਨਹੀਂ ਕਦੋਂ ਵਾਪਸੀ ਹੈ ਕਦੋਂ ਨਹੀਂ। ਜਿਹੜੀ ਬਹੂ ਘਰ ਹੈ, ਜਿਹੜੀ ਉਸ ਦੀ ਪਤਨੀ ਹੈ, ਉਸ ਦਾ ਕੰਮ ਕਦੋਂ ਬਣਦਾ ਕਦੋਂ ਨਹੀਂ ਬਣਦਾ, ਇਸ ਬਾਰੇ ਤਾਂ ਮਤਲਬ ਜ਼ਿਆਦਾ ਕੁਛ ਨਹੀਂ ਕਿਹਾ ਜਾ ਸਕਦਾ। ਲੇਕਿਨ ਘਰ ਦੇ ਵਿੱਚ ਇਕੱਲਾਪਨ ਨਾ ਵਿਆਹੀ ਨੂੰ ਵੀ ਵੱਢ ਖਾਂਦਾ ਸੀ। ਔਰ ਗੱਲਾਂ ਬਾਤਾਂ ਦੇ ਵਿੱਚ ਕਾਲਜ ਨੂੰ ਉਹਨੇ ਸਵੇਰੇ ਜਾਣਾ, ਉਸ ਨੂੰ ਰੋਟੀ ਬਣਾ ਕੇ ਦੇਣੀ, ਔਰ ਉਹਨਾਂ ਦੀਆਂ ਇੱਕ ਦੂਜੇ ਦੇ ਪ੍ਰਤੀ ਕਾਫੀ ਨਜ਼ਦੀਕੀਆਂ ਬਣਦੀਆਂ ਬਣ ਗਈਆਂ। ਲੇਕਿਨ ਨਜ਼ਦੀਕੀਆਂ ਇਸ ਕਦਰ ਬਣ ਗਈਆਂ ਕਿ ਹੁਣ ਦਿਓਰ ਨੂੰ ਇਹ ਕਿਉਰਿਓਸਿਟੀ ਹੁੰਦੀ ਸੀ ਕਿ ਮੈਂ ਘਰੋਂ ਬਾਹਰ ਨਾ ਜਾਵਾਂ, ਔਰ ਭਰਜਾਈ ਨੂੰ ਇਹ ਕਿਉਰਿਓਸਿਟੀ ਹੁੰਦੀ ਸੀ ਜੇ ਬਾਹਰ ਗਿਆ ਤਾਂ ਕਦੋਂ ਵਾਪਸ ਆਏਗਾ। ਲੇਕਿਨ ਮਾਂ-ਬਾਪ ਜਿਹੜੇ ਸੀ ਉਹ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ, ਔਰ ਖੇਤਾਂ ਨੂੰ ਕੋਈ ਮਤਲਬ ਖੇਤੀ ਦਾ ਕੰਮਕਾਰ ਹੋਣ ਕਰਕੇ ਉੱਧਰ ਨਿਕਲ ਜਾਣਾ, ਅਤੇ ਕਈ ਵਾਰੀ ਉਸਨੇ ਕਾਲਜ ਤੋਂ ਵੈਸੇ ਹੀ ਵਾਪਸ ਆ ਜਾਣਾ, ਆ ਕੇ ਰੋਟੀ ਪਾਣੀ ਖਾਣਾ, ਔਰ ਇੱਕ ਦੂਜੇ ਦੇ ਮਨ ਨਾਲ ਗੱਲਾਂ ਬਾਤਾਂ ਕਰਨੀਆਂ। ਉਹ ਗੱਲਾਂ ਬਾਤਾਂ ਕਰਨ ਦੇ ਨਾਲ ਜਿਹੜੀਆਂ ਦੂਰੀਆਂ ਸੀ ਬਹੁਤ ਛੇਤੀ ਨਜ਼ਦੀਕੀਆਂ ਬਣ ਗਈਆਂ। ਉਸ ਦਾ ਰਿਜ਼ਲਟ ਇਹ ਨਿਕਲਿਆ ਕਿ ਉਹ ਮਤਲਬ ਆਪਸ ਵਿੱਚ ਹੀ ਉਹਨਾਂ ਨੇ ਮਤਲਬ ਇਸ ਕਦਰ ਘੁਲ ਮਿਲ ਗਏ ਕਿ ਫਿਜ਼ੀਕਲ ਰਿਲੇਸ਼ਨਾਂ ਤੱਕ ਉਹ ਪਹੁੰਚ ਚੁੱਕੇ ਸਨ। ਹੁਣ ਨਾ ਤਾਂ ਉਹ ਰਹਿ ਸਕਦੀ ਸੀ ਨਾ ਉਹ ਰਹਿ ਸਕਦਾ ਸੀ। ਆਖਰਕਾਰ ਉਹ ਹੱਦਾਂ ਬੰਨੇ ਜਿਹੜੇ ਇਹਨਾਂ ਨੇ ਪਾਰ ਕਰ ਦਿੱਤੇ ਨੇ। ਲੇਕਿਨ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਿਉਂਕਿ 15 ਦਿਨਾਂ ਬਾਅਦ ਉਸ ਦਾ ਜਿਹੜਾ ਪਤੀ ਸੀ ਉਹ ਬਾਹਰ ਚਲਾ ਗਿਆ ਸੀ, ਉਹਨੂੰ ਕੁਛ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹ ਅਕਸਰ ਹੋ ਜਾਂਦਾ ਹੈ। ਲੇਕਿਨ ਖੈਰ, ਇਹ ਵਕਤ ਗੁਜ਼ਰਦਾ ਗਿਆ। ਇੱਕ ਦੋ ਵਾਰ ਵਿੱਚੋਂ ਉਹ ਮਤਲਬ ਬਿਮਾਰ ਵੀ ਹੋਈ, ਇਹ ਤੁਸੀਂ ਸਮਝਦੇ ਹੀ ਹੋ। ਲੇਕਿਨ ਫਿਰ ਮਤਲਬ ਕਿਤੇ ਨਾ ਕਿਤੇ ਸ਼ਹਿਰ ਲਿਜਾ ਕੇ ਉਸ ਬਿਮਾਰੀ ਦਾ ਇਲਾਜ ਵੀ ਕੀਤਾ ਗਿਆ। ਲੇਕਿਨ ਸਵਾਲ ਹੁਣ ਇੱਥੇ ਇਹ ਹੈ ਦੋਸਤੋ ਕਿ ਹੁਣ ਉਸ ਦਿਓਰ ਦਾ ਜਦੋਂ 2-4 ਸਾਲ ਬਾਅਦ ਉਹਨਾਂ ਦਾ ਨਿਕਲਦਾ ਗਿਆ, ਉਹਦਾ ਵੀ ਕੰਮ ਨਹੀਂ ਬਣਿਆ, ਔਰ ਉਹ ਵੀ ਇੰਤਜ਼ਾਰ ਕਰ ਰਹੀ ਹੈ ਆਪਣੇ ਹਸਬੈਂਡ ਦਾ, ਪਰ ਬਣਿਆ ਕੁਛ ਨਹੀਂ ਹੈ। ਲੇਕਿਨ ਆਖਰਕਾਰ ਉਸ ਦਿਓਰ ਦੇ ਵਿਆਹ ਦੀ ਤਾਰੀਖ ਜਿਹੜੀ ਮੰਗਣੀ ਹੋਈ ਆ, ਮੰਗਣੀ ਤੋਂ ਬਾਅਦ ਵਿਆਹ ਦੀ ਤਾਰੀਖ ਫਿਕਸ ਹੋ ਚੁੱਕੀ ਹੈ। ਜਦੋਂ ਵਿਆਹ ਦੀ ਤਾਰੀਖ ਫਿਕਸ ਹੋਈ ਤਾਂ ਉਸੇ ਦਿਨ ਤੋਂ ਹੀ ਜਿਹੜੀ ਉਹਦੇ ਮਤਲਬ ਰਿਸ਼ਤੇ 'ਚ ਭਰਜਾਈ ਲੱਗਦੀ ਸੀ, ਪਰ ਹੁਣ ਤਾਂ ਅੱਜ ਕੱਲ੍ਹ ਉਸਦੇ ਨਾਲ ਹੀ ਰਹਿ ਰਹੀ ਸੀ, ਉਹ ਕਿਤੇ ਮਾਯੂਸ ਹੋਣਾ ਉਸਨੇ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਪੂਰੀ ਜ਼ਿੰਦਗੀ ਮਤਲਬ ਜਿੰਨੇ ਵੀ ਸਾਲ ਮੈਂ ਇੱਥੇ ਰਹੀ ਹਾਂ ਉਹ ਇਹਦੇ ਨਾਲ ਗੁਜ਼ਾਰੇ ਨੇ, ਪਰ ਇਹ ਹੁਣ ਕੱਲ੍ਹ ਆ ਕੇ ਮਤਲਬ ਕਿਸ ਤਰ੍ਹਾਂ ਕਰੇਗੀ। ਉਹ ਕਿਤੇ ਨਾ ਕਿਤੇ ਡਿਸਟਰਬ ਰਹਿਣ ਲੱਗੀ, ਔਰ ਉਸਨੇ ਉਸਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਅਜਿਹਾ ਕੁਛ ਵੀ ਨਹੀਂ ਬਣਿਆ। ਲੇਕਿਨ ਆਖਰਕਾਰ ਉਸ ਦੀ ਭਰਜਾਈ ਨੇ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਅਤੇ ਵਿਆਹ ਹੋਣ ਤੋਂ ਬਾਅਦ ਉਸਨੇ ਇੱਕਦਮ ਉਸ ਲੜਕੇ ਦਾ ਖਹਿੜਾ ਛੱਡ ਦਿੱਤਾ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਇਹਨਾਂ ਦਾ ਨਵਾਂ ਵਸਿਆ ਵਸਾਇਆ ਘਰ ਜਿਹੜਾ ਹੈ ਉਸ ਨੂੰ ਮਤਲਬ ਦਾਗਦਾਰ ਕਰਾਂ, ਉਸ ਨੂੰ ਖਰਾਬ ਕਰਾਂ। ਲੇਕਿਨ ਦੋਸਤੋ, ਉਹਨਾਂ ਦੀ ਸਮਝ ਨੂੰ ਵੇਖਦੇ, ਆਪਣੀ ਭਾਬੀ ਦੀ ਸਮਝ ਨੂੰ ਵੇਖਦਿਆਂ ਹੋਇਆਂ ਦਿਓਰ ਦੀਆਂ ਅੱਖਾਂ 'ਚੋਂ ਪਾਣੀ ਆ ਗਏ, ਔਰ ਉਸਨੇ ਕਿਹਾ ਕਿ ਭਾਬੀ, ਜੋ ਵੀ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਨੇ ਉਹ ਮੇਰੇ ਲਈ ਬਹੁਤ ਵੱਡੀਆਂ ਗਲਤੀਆਂ ਨੇ, ਮੈਂ ਉਸ ਦੀ ਮਾफ़ੀ ਚਾਹੁੰਦਾ ਹਾਂ, ਪਰ ਤੁਹਾਡੀ ਸਮਝਦਾਰੀ ਵੇਖ ਕੇ ਸੱਚਮੁੱਚ ਮੇਰਾ ਸ਼ੀਸ਼ ਤੁਹਾਡੇ ਅੱਗੇ ਝੁਕ ਰਿਹਾ ਹੈ। ਠੀਕ ਹੈ, ਜ਼ਿੰਦਗੀ 'ਚ ਮੈਂ ਵੀ ਬਹਿ ਗਿਆ ਸੀ, ਤੁਸੀਂ ਵੀ ਬਹਿ ਗਏ ਸੀ, ਪਰ ਉਸ ਦਾ ਅੰਜਾਮ ਅੰਤ ਜਿਹੜਾ ਹੋਇਆ ਹੈ ਉਹ ਤੁਸੀਂ ਬਹੁਤ ਹੀ ਸਮਝਦਾਰੀ ਨਾਲ ਦਿੱਤਾ ਹੈ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, यानी कि 125 बीमारियां का संपूर्ण इलाज।
ਫੀ ਰਿਲੀਫ ਵਿਜ਼ੀਲੈਕਸ weight lose। ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ। ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।